ਮੰਤਰੀ ਸਾਹਿਬ ਤੇ ਦੋਸ਼ ਲੱਗ ਰਹੇ ਨੇ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਨੇ। ਨਾ ਕੋਈ ਇਹੋ ਜਿਹਾ ਘਪਲਾ ਹੋਇਆ ਤੇ ਨਾ ਇਹ ਤੁਹਾਡੇ ਸਾਹਮਣੇ ਸਾਡੇ ਮਾਨਯੋਗ ਕੈਪਟਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਇਹ ਬਿਆਨ ਦਿੱਤਾ ਹੈ ਕਿ ਮੈਂ ਇਨਕੁਆਇਰੀ ਬਿਠਾ ਦਿੱਤੀ ਹੈ। ਕੰਮੇ ਇਹੀ ਹੈ, ਜਦੋਂ ਉਹਨਾਂ ਦਾ ਨੌਂ ਵਿਰੋਧੀ ਧਿਰ ਹੈ ਉਹਨਾਂ ਨੇ ਤਾਂ ਸਾਡੀ ਕਾਂਗਰਸ ਪਾਰਟੀ ਦੇ ਵਿਰੋਧ 'ਚ ਹੀ ਖੜਨਾ ਹਮੇਸ਼ਾ ਕਿ 5 ਵਾਰ ਬੰਦਾ MLA ਬਣ ਜੇ, ਇੱਕ ਗਰੀਬ ਪਰਿਵਾਰ ਦਾ ਬੰਦਾ, ਇੱਕ ਸਰਪੰਚ ਦੀ ਚੋਣ ਜਿੱਤਣੀ ਉਹ ਬਹੁਤ ਔਖੀ ਹੋ ਜਾਂਦੀ ਹੈ। ਉਹ 5 ਵਾਰ MLA ਬਣੇ, 1 ਵਾਰ ਸੰਸਦੀ ਸਕੱਤਰ ਬਣੇ, ਹੁਣ ਉਹ ਮਾਨਯੋਗ ਕੈਬਨਿਟ ਮੰਤਰੀ ਕੈਪਟਨ ਸਾਹਿਬ ਦੀ ਪਹਿਲੀ ਵਜ਼ਾਰਤ ਦੇ ਵਿੱਚ ਪਹਿਲੇ 3 ਮੰਤਰੀਆਂ ਦੇ ਵਿੱਚ ਕੈਬਨਿਟ ਮੰਤਰੀਆਂ ਦੇ ਵਿੱਚ ਉਹਨਾਂ ਦਾ ਨਾਮ ਸੀ। ਕਿਉਂ ਨਾਮ ਸੀ? ਕਿਉਂਕਿ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਬੇਦਾਗ ਹੈ। ਤੁਹਾਨੂੰ ਕੀ ਲੱਗਦਾ ਇਹ ਸਭ ਜੋ ਹੋ ਰਿਹਾ ਇਹ 2022 ਦੀ ਇਲੈਕਸ਼ਨ ਨੂੰ ਲੈ ਕੇ ਹੋ ਰਿਹਾ? ਬਿਲਕੁਲ 2022 ਦਾ ਹੀ ਸਟੰਟ ਹੈ ਜੀ ਇਹ। ਨਾਭੇ ਦੇ ਵਿੱਚ ਜਿੰਨਾ ਵਿਕਾਸ ਹੋ ਗਿਆ ਇਹ ਮੇਰਾ ਖਿਆਲ ਹੈ ਵੀ ਵਿਰੋਧੀ ਧਿਰਾਂ ਤੋਂ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਵੀ ਇੰਨਾ ਕੰਮ ਹੋ ਕਿਵੇਂ ਗਿਆ। ਜਿੱਦਾਂ ਸ਼ਮਸ਼ੇਰ ਸਿੰਘ ਦੂਲੋਂ ਵੀ ਆਰੋਪ ਲਗਾ ਰਹੇ ਨੇ ਵੀ ਉਹਨਾਂ ਦੇ ਆਪਣੀ ਪਾਰਟੀ ਦੇ ਨੁਮਾਇੰਦੇ ਨੇ ਵੀ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ, CBI ਤੋਂ ਜਾਂਚ ਹੋਣੀ ਚਾਹੀਦੀ। ਮੈਂ ਤਾਂ ਹੱਥ ਨਾ ਉੱਪੜੇ, ਕਹਾਵਤ ਆ ਨਾ ਵੀ ਹੱਥ ਨਾ ਉੱਪੜੇ ਥੂ ਕੌੜੀ। ਉਹ ਕੁਝ ਸੋਚ ਲੈਣ, ਆਪਣੀ ਉਮਰ ਦਾ ਲਿਹਾਜ਼ ਕਰਨ ਵੀ ਮੈਂ ਇੰਨਾ ਝੂਠ ਨਾ ਬੋਲਾਂ। ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਕਿ ਜਦੋਂ ਮਾਨਯੋਗ ਸਾਡੇ ਸਾਬਕਾ ਮੁੱਖ ਮੰਤਰੀ ਮਨਮੋਹਨ ਸਿੰਘ ਜੀ ਨੇ ਜੱਟਾਂ ਦੇ ਵਾਸਤੇ, ਤੁਹਾਨੂੰ ਯਾਦ ਹੋਊਗਾ ਵੀ ਬੋਨਸ ਭੇਜਿਆ ਸੀ, ਉਹ ਸਾਰੇ ਦਾ ਸਾਰੇ ਹੀ ਖੁਰਦ-ਬੁਰਦ ਹੋ ਗਿਆ ਸੀ। ਕਿਸੇ ਨੂੰ ਦੀਵਾਨੀ ਮਿਲੀ ਸੀ, ਉਹਦੀ ਜਾਂਚ ਦਾ ਇਹਨਾਂ ਨੇ ਹੁਣ ਤੱਕ ਨਾ ਕਰਾਈ। ਅੱਜ ਹੁਣ ਇਹਨਾਂ ਨੂੰ ਜਾਂਚਾਂ ਯਾਦ ਆ ਗਈਆਂ। ਇਹ ਮੈਂ ਇਹਨਾਂ ਨੂੰ ਦਾਅਵੇ ਨਾਲ ਕਹਿਣਾ ਇਹ ਮਨਮੋਹਨ ਸਿੰਘ ਵਾਲੀ ਜਾਂਚ ਕਰਾ ਲੈਣ ਔਰ ਫਿਰ ਇਹ ਸਾਡੇ ਵਾਲੀ ਸਾਧੂ ਸਿੰਘ ਜੀ ਵਾਲੀ ਵੀ ਜਾਂਚ ਕਰਾ ਲੈਣ। ਕੌਣ ਆ ਵੱਡਾ ਦੋਸ਼ੀ ਤੁਹਾਨੂੰ ਪਤਾ ਲੱਗ ਜਾਊਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਰੋਧੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ। ਕਾਂਗਰਸ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ, ਜਗ੍ਹਾ ਜਗ੍ਹਾ ਤੇ ਪ੍ਰਦਰਸ਼ਨ ਹੋ ਰਹੇ ਨੇ। ਉਹਨਾਂ ਦੇ ਹੱਕ ਵਿੱਚ ਸਾਡੇ ਨਾਲ ਦਿਹਾਤੀ ਪ੍ਰਧਾਨ ਬਰਿੰਦਰ ਬਿੱਟੂ ਜੀ ਜੋ ਕਿ ਸਾਡੇ ਨਾਲ ਇਸ ਸਮੇਂ ਮੌਜੂਦ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਉਹਨਾਂ ਦਾ ਕੀ ਕਹਿਣਾ ਹੈ? ਹਾਂਜੀ, ਸਵਾਗਤ ਹੈ ਜੀ ਤੁਹਾਡਾ ਪੰਜਾਬੀ ਲੋਕ ਚੈਨਲ ਤੇ। ਧੰਨਵਾਦ ਜੀ ਤੁਹਾਡਾ। ਤੁਸੀਂ ਸਾਨੂੰ ਪੁੱਛਿਆ ਸਵਾਲ ਕਿ ਜੋ ਮੰਤਰੀ ਸਾਹਿਬ ਤੇ ਦੋਸ਼ ਲੱਗ ਰਹੇ ਨੇ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਨੇ। ਨਾ ਕੋਈ ਇਹੋ ਜਿਹਾ ਘਪਲਾ ਹੋਇਆ ਤੇ ਨਾ ਇਹ ਤੁਹਾਡੇ ਸਾਹਮਣੇ ਸਾਡੇ ਮਾਨਯੋਗ ਕੈਪਟਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਇਹ ਬਿਆਨ ਦਿੱਤਾ ਹੈ ਕਿ ਮੈਂ ਇਨਕੁਆਇਰੀ ਬਿਠਾ ਦਿੱਤੀ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆ ਜਾਊਗਾ। ਇਹ ਜਿੱਦਾਂ ਵਿਰੋਧੀਆਂ ਵੱਲੋਂ ਆਰੋਪ ਲਗਾਏ ਜਾ ਰਹੇ ਨੇ ਤੇ ਘਰਾਓ ਕੀਤਾ ਜਾ ਰਿਹਾ ਹੈ, 3 ਦਿਨਾਂ ਤੋਂ ਲਗਾਤਾਰ ਧਰਨਾ ਜਾਰੀ ਹੈ, ਤਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਤਾਂ ਜੀ ਵਿਰੋਧੀਆਂ ਦਾ ਕੰਮ ਇਹੀ ਹੈ, ਜਦੋਂ ਉਹਨਾਂ ਦਾ ਨੌਂ ਵਿਰੋਧੀ ਧਿਰ ਹੈ ਉਹਨਾਂ ਨੇ ਤਾਂ ਸਾਡੀ ਕਾਂਗਰਸ ਪਾਰਟੀ ਦੇ ਵਿਰੋਧ 'ਚ ਹੀ ਖੜਨਾ ਹਮੇਸ਼ਾ। ਉਹਨਾਂ ਨੂੰ ਤਾਂ ਮੁੱਦੇ ਚਾਹੀਦੇ ਨੇ। ਆਉਣ ਵਾਲੀ 2022 ਦੀ ਇਲੈਕਸ਼ਨ ਨੂੰ ਮੁੱਦੇ ਇਕੱਠੇ ਕਰ ਰਹੇ ਨੇ। ਇਸ ਤਰ੍ਹਾਂ ਅੱਜ ਕੱਲ੍ਹ ਦੀ ਜਿਹੜੀ ਪਬਲਿਕ ਹੈ, ਲੋਕ ਨੇ ਬੜੇ ਸਿਆਣੇ ਨੇ, ਉਹ ਇਹੋ ਜਿਹੇ ਝੂਠੇ ਬਹਿਕਾਵਿਆਂ ਦੇ ਵਿੱਚ ਆਉਣ ਵਾਲੇ ਨਹੀਂ ਹੈਗੇ। ਸਾਰੇ ਲੋਕਾਂ ਨੂੰ, ਨਾਭੇ ਹਲਕੇ ਦੇ ਲੋਕਾਂ ਨੂੰ ਪਤਾ ਕਿ ਮਾਨਯੋਗ ਸਾਧੂ ਸਿੰਘ ਧਰਮਸੋਤ ਗਰੀਬਾਂ ਦੇ ਮਸੀਹੇ ਨੇ। ਗਰੀਬਾਂ ਦੇ ਵਿੱਚੋਂ, ਪਰਿਵਾਰ ਦੇ ਵਿੱਚੋਂ ਉੱਠ ਕੇ ਉਹਨਾਂ ਨੇ ਇਹ ਸਿਆਸਤ ਸ਼ੁਰੂ ਕੀਤੀ ਸੀ। ਤੁਸੀਂ ਇੱਕ ਗੱਲ ਦੇਖੋ ਕਿ 5 ਵਾਰ ਬੰਦਾ MLA ਬਣ ਜੇ, ਇੱਕ ਗਰੀਬ ਪਰਿਵਾਰ ਦਾ ਬੰਦਾ, ਇੱਕ ਸਰਪੰਚ ਦੀ ਚੋਣ ਜਿੱਤਣੀ ਉਹ ਬਹੁਤ ਔਖੀ ਹੋ ਜਾਂਦੀ ਹੈ। ਉਹ 5 ਵਾਰ MLA ਬਣੇ, 1 ਵਾਰ ਸੰਸਦੀ ਸਕੱਤਰ ਬਣੇ, ਹੁਣ ਉਹ ਮਾਨਯੋਗ ਕੈਬਨਿਟ ਮੰਤਰੀ ਕੈਪਟਨ ਸਾਹਿਬ ਦੀ ਪਹਿਲੀ ਵਜ਼ਾਰਤ ਦੇ ਵਿੱਚ ਪਹਿਲੇ 3 ਮੰਤਰੀਆਂ ਦੇ ਵਿੱਚ, ਕੈਬਨਿਟ ਮੰਤਰੀਆਂ ਦੇ ਵਿੱਚ ਉਹਨਾਂ ਦਾ ਨਾਮ ਸੀ। ਕਿਉਂ ਨਾਮ ਸੀ? ਕਿਉਂਕਿ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਬੇਦਾਗ ਹੈ, ਅੱਜ ਵੀ ਬੇਦਾਗ ਹੈ। ਵਾਹਿਗੁਰੂ ਜਾਣਦਾ ਕਿ ਉਹ ਇਸ ਜਿਹੜੀ ਉਹਨਾਂ 'ਤੇ ਔਖੀ ਘੜੀ ਵਿਰੋਧੀ ਪਾਰਟੀਆਂ ਨੇ ਇਹ ਪਰਚਾ ਪਾਇਆ, ਇਹ ਪਰਚੇ 'ਚੋਂ ਵੀ ਉਹ ਬੇਦਾਗ ਹੀ ਨਿਕਲਣਗੇ। ਤੁਹਾਨੂੰ ਕੀ ਲੱਗਦਾ ਇਹ ਸਭ ਜੋ ਹੋ ਰਿਹਾ ਇਹ 2022 ਦੀ ਇਲੈਕਸ਼ਨ ਨੂੰ ਲੈ ਕੇ ਹੋ ਰਿਹਾ? ਬਿਲਕੁਲ 2022 ਦਾ ਹੀ ਸਟੰਟ ਹੈ ਜੀ ਇਹ। ਕਿਉਂਕਿ ਜਿਹੜੀ ਨਾਭੇ ਦੇ ਵਿੱਚ ਤੁਸੀਂ, ਮੈਂ ਪਹਿਲਾਂ ਗੱਲ ਕਰੂੰ ਆਪ ਪਾਰਟੀ ਦੇ, ਆਪ ਪਾਰਟੀ ਦੇ ਨਾਭੇ ਦੇ ਵਿੱਚ 5 ਟਿਕਟ ਦੇ ਕੈਂਡੀਡੇਟ ਨੇ। ਪੰਜੋ ਇੱਕ ਦੂਜੇ ਦੇ ਉੱਪਰ ਦੀ ਹੋ ਕੇ, ਤੁਸੀਂ ਦੇਖਿਓ ਕਿਤੇ ਨਾ ਲੀਟਰ ਪਾਣੀ ਦਾ ਟੋਏ 'ਚ ਖੜਾ ਉਹ ਉੱਥੇ ਜਾ ਕੇ ਫੋਟੋਆਂ ਖਿਚਾਉਣਗੇ ਵੀ ਆਹ ਦੇਖੋ ਜੀ ਨਾਭੇ 'ਚ ਪਾਣੀ ਖੜਾ। ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਕੰਮ ਹੋ ਗਏ
ਸਾਡੇ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ, ਸ਼ਾਂਤੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਨਾਭੇ ਦੇ ਵਿੱਚ ਜਿੰਨਾ ਵਿਕਾਸ ਹੋ ਗਿਆ, ਇਹ ਮੇਰਾ ਖਿਆਲ ਹੈ ਵੀ ਵਿਰੋਧੀ ਧਿਰਾਂ ਤੋਂ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਵੀ ਇੰਨਾ ਕੰਮ ਹੋ ਕਿਵੇਂ ਗਿਆ। ਔਰ 1.5 ਸਾਲ ਰਹਿੰਦਾ, ਤੁਸੀਂ ਦੇਖਿਓ ਨਾਭਾ ਇੱਕ ਇਤਿਹਾਸਕ ਨਗਰੀ ਆ ਮਹਾਰਾਜਾ ਹੀਰਾ ਸਿੰਘ ਦੀ। ਇਹ ਇਤਿਹਾਸਕ ਨਗਰੀ ਕਿਉਂਕਿ ਮਾਨਯੋਗ ਮੰਤਰੀ ਸਾਹਿਬ ਜਦੋਂ ਨਾਭੇ ਦੇ ਵਿੱਚ ਆਏ ਸੀ, ਉਹਨਾਂ ਨੇ ਕਸਮ ਖਾਧੀ ਸੀ ਕਿ ਇਤਿਹਾਸਕ ਨਗਰੀ ਮਹਾਰਾਜਾ ਹੀਰਾ ਸਿੰਘ ਦੀ ਨਗਰੀ ਨੂੰ ਮੈਂ ਸਾਫ਼ ਸੁਥਰਾ ਬਣਾਉਣਾ। ਹਰੇਕ ਕੰਮ ਨੂੰ ਟਾਈਮ ਲੱਗਦਾ। 3 ਸਾਲ ਦੇ ਵਿੱਚ ਮੈਂ ਇੱਕ ਪਰਿਵਾਰ, ਜੇ ਕੋਈ ਆਪਣਾ, ਮੈਂ ਇੱਕ ਤੁਹਾਨੂੰ ਜੱਟ ਸੌਦੇ ਵਾਲੀ ਇੱਕ ਉਦਾਹਰਨ ਦੇ ਦਿੰਦਾ, ਜੇ ਇੱਕ ਪਰਿਵਾਰ ਆਪਣਾ, ਜੇ ਉਹ ਆਪਣੇ ਪਰਿਵਾਰ ਨੂੰ ਸੈੱਟ ਕਰ ਦੇਣਾ, ਉਹਨੂੰ ਵੀ ਸੈੱਟ ਕਰਦੇ ਕਰਦੇ 5-7 ਸਾਲ ਲੱਗ ਜਾਂਦੇ ਨੇ। ਇਹ ਤਾਂ ਐਡੇ ਵੱਡੇ ਸ਼ਹਿਰ ਨੂੰ ਸੈੱਟ ਕਰਨਾ, ਐਡੇ ਵੱਡੇ 144 ਪਿੰਡਾਂ ਨੂੰ ਸੈੱਟ ਕਰਨਾ। ਉਹ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਆਪਣੇ ਹੀ ਮਹਿਕਮੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਮੰਤਰੀ ਸਾਹਿਬ ਤੇ। ਇਹ ਆਪਣੇ ਮਹਿਕਮੇ ਨੂੰ ਦੇ ਜਿਹੜੇ ਇਲਜ਼ਾਮ ਨੇ ਨਾ ਜੀ, ਇਹਨਾਂ ਦੇ ਜਿਹੜੇ ਮਾਨਯੋਗ ਡਾਇਰੈਕਟਰ ਸਾਹਿਬ ਸੀ ਕਿਰਪਾ ਸਰੋਜ, ਉਹਨਾਂ ਦੀ ਮੰਤਰੀ ਸਾਹਿਬ ਨਾਲ ਪਹਿਲਾਂ ਹੀ ਜਿਸ ਦਿਨ ਤੋਂ ਬਣ ਗਏ, ਉਸ ਦਿਨ ਤੋਂ ਹੀ ਮੰਤਰੀ ਸਾਹਿਬ ਨੂੰ ਉਹਨਾਂ ਦੀ ਅਣਬਣ ਸੀ। ਮੰਤਰੀ ਸਾਹਿਬ ਨੇ 1 ਸਾਲ ਪਹਿਲਾਂ ਔਨ ਦੀ ਰਿਕਾਰਡ ਲਿਖਤੀ ਰੂਪ ਦੇ ਵਿੱਚ ਐਪਲੀਕੇਸ਼ਨ ਲਾਈ ਸੀ ਕਿ ਜਿਹੜੇ ਕਿਰਪਾ ਸਰੂਪ ਜੀ ਨੇ, ਇਹ ਮੇਰੇ ਤੋਂ ਆਪਣੇ ਚਹੇਤਿਆਂ ਨੂੰ ਐਡਜਸਟ ਕਰਨ ਦੇ ਲਈ ਮੇਰੇ ਤੇ ਪ੍ਰੈਸ਼ਰ ਬਣਾ ਰਹੇ ਨੇ। ਮੰਤਰੀ ਸਾਹਿਬ ਨੇ ਮੰਨਿਆ ਨਹੀਂ। ਮੰਨਣ ਨਾ ਮੰਨਣ ਕਰਕੇ ਜੀ ਇਹ ਕਿਰਪਾ ਸਰੋਜ ਜੀ ਆਪਣੀ ਉਹ ਪੁਰਾਣੀ ਰੰਜਿਸ਼ ਉਹਨਾਂ ਨੇ ਸਾਹਮਣੇ ਲਿਆ ਕੇ ਇੱਕ ਚਿੱਟੀ ਚਾਦਰ ਤੇ ਦਾਗ ਲਾਇਆ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਕੋਈ ਉਹ ਦਿਨ ਦੂਰ ਨਹੀਂ, ਥੋੜ੍ਹੇ ਹੀ ਦਿਨ ਜਾਂਦੇ ਨੇ, ਇਨਕੁਆਇਰੀ ਚੱਲ ਰਹੀ ਹੈ, ਤੁਹਾਡੇ ਸਾਹਮਣੇ ਆ ਜੂਗੀ। ਤੇ ਕੈਪਟਨ ਸਾਹਿਬ ਦੇ ਮਾਮਲਾ ਧਿਆਨ 'ਚ ਲਿਆਂਦਾ ਗਿਆ ਜੀ? ਆ ਗਿਆ ਜੀ ਉਹਨਾਂ ਦੇ ਧਿਆਨ 'ਚ, ਤਾਂ ਹੀ ਉਹਨਾਂ ਨੇ ਬਿਆਨ ਦਿੱਤਾ ਨਾ ਵੀ ਮੈਂ ਇਸ ਦੀ ਇਨਕੁਆਇਰੀ ਬਿਠਾ ਦਿੱਤੀ ਹੈ। ਉਹ ਜੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਉਹ ਲੋਕਾਂ ਦੇ ਸਾਹਮਣੇ ਆ ਜੂ। ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਉੱਪਰ ਕਾਰਵਾਈ ਹੋਊਗੀ। ਜਿੱਦਾਂ ਸ਼ਮਸ਼ੇਰ ਸਿੰਘ ਦੂਲੋਂ ਵੀ ਆਰੋਪ ਲਗਾ ਰਹੇ ਨੇ ਵੀ ਉਹਨਾਂ ਦੇ ਆਪਣੀ ਪਾਰਟੀ ਦੇ ਨੁਮਾਇੰਦੇ ਨੇ ਵੀ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ, CBI ਤੋਂ ਜਾਂਚ ਹੋਣੀ ਚਾਹੀਦੀ। ਮੈਂ ਤਾਂ ਹੱਥ ਨਾ ਉੱਪੜੇ, ਕਹਾਵਤ ਆ ਨਾ ਵੀ ਹੱਥ ਨਾ ਉੱਪੜੇ ਥੂ ਕੌੜੀ। ਸ਼ਮਸ਼ੇਰ ਸਿੰਘ ਦੂਲੋਂ ਨੂੰ ਹੋਰ ਕੀ ਚਾਹੀਦਾ? ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਤਾ, ਹੋਰ ਉਹ ਕੀ ਚਾਹੀਦਾ? ਮੈਨੂੰ ਕਹਿਣਾ ਨਹੀਂ ਚਾਹੀਦਾ, ਮੇਰੇ ਬਜ਼ੁਰਗਾਂ ਦੇ ਉਹ ਸਮਾਨ ਨੇ, ਅਸੀਂ ਬੜੀ ਸਤਿਕਾਰਯੋਗ, ਸਾਡੇ ਨਾਭੇ ਚੋਂ ਵੀ ਉਹਨਾਂ ਨੇ ਲੋਕ ਸਭਾ ਇਲੈਕਸ਼ਨ ਲੜੀ ਹੈ, ਜਿੱਤੇ ਵੀ ਨੇ। ਪਰ ਮੈਂ ਉਹਨਾਂ ਨੂੰ ਇਹ ਜਾਣਦਾ, ਦੁੱਲੋ ਸਾਹਿਬ ਨੂੰ ਕਹਿੰਦਾ ਵੀ ਉਹਨਾਂ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਉਹ ਕੁਝ ਸੋਚ ਲੈਣ, ਆਪਣੀ ਉਮਰ ਦਾ ਲਿਹਾਜ਼ ਕਰਨ, ਵੀ ਮੈਂ ਇੰਨਾ ਝੂਠ ਨਾ ਬੋਲਾਂ, ਵੱਡੀ ਗੱਲ ਨਾ ਕਰਾਂ। ਉਹਨਾਂ ਦੀ ਆਪ ਦੇ ਪਰਿਵਾਰ ਦੇ ਵਿੱਚ ਵੀ ਉਹਨਾਂ ਦੀ ਘਰ ਵਾਲੀ ਨੇ ਨਹੀਂ ਮੰਨੀ ਉਹਨਾਂ ਦੀ ਗੱਲ। ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ। ਕੇਂਦਰ ਵੱਲੋਂ 2 ਮੈਂਬਰੀ ਕਮੇਟੀ ਉਹਨਾਂ ਦੇ ਕਹੇ ਤੋਂ ਬਣਵਾਈ ਗਈ ਹੈ ਜਾਂਚ ਵਾਸਤੇ। ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਇੱਕ ਸੰਵਿਧਾਨ ਦੀ ਉਲੰਘਣਾ ਹੈ। ਜਦੋਂ ਰਾਜ ਸਰਕਾਰ ਦੇ ਮੁੱਖ ਮੰਤਰੀ ਸਾਹਿਬ, ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਉਹਦੀ ਜਾਂਚ ਕਰਾ ਰਹੇ ਨੇ ਨਾ, ਉਸ ਤੋਂ ਉੱਤੇ ਹੋਰ ਕੋਈ ਜਾਂਚ ਨਹੀਂ ਹੁੰਦੀ। ਇਹ ਸੰਵਿਧਾਨ ਦੀ ਉਲੰਘਣਾ ਹੋਊਗੀ ਜੇ ਹੋਊਗੀ। ਇਹ ਮਾਨਯੋਗ ਸਾਡੇ ਭੈਣ ਜੀ ਨੇ ਹਰਸਿਮਰਤ ਕੌਰ ਜੀ, ਉਹਨਾਂ ਨੂੰ ਵੀ ਪਤਾ, ਪਰ ਉਹ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਕਰਕੇ, ਵਿਰੋਧੀ ਧਿਰ ਦੇ MP ਹੋਣ ਦੇ ਕਰਕੇ ਉਹਨਾਂ ਦਾ ਵੀ ਡਿਊਟੀ ਬਣਦੀ ਸੀ ਵੀ ਆਪਦੇ ਪੰਜਾਬ ਦੇ ਲੋਕਾਂ ਨੂੰ ਕੁਛ ਨਾ ਕੁਛ ਦੱਸਣ ਵੀ ਹਾਂ ਅਸੀਂ ਆਹ ਉਪਰਾਲਾ ਕੀਤਾ। ਪਰ ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਕਿ ਜਦੋਂ ਮਾਨਯੋਗ ਸਾਡੇ ਸਾਬਕਾ ਮੁੱਖ ਮੰਤਰੀ ਮਨਮੋਹਨ ਸਿੰਘ ਜੀ ਨੇ ਜੱਟਾਂ ਦੇ ਵਾਸਤੇ, ਤੁਹਾਨੂੰ ਯਾਦ ਹੋਊਗਾ ਵੀ ਬੋਨਸ ਭੇਜਿਆ ਸੀ, ਉਹ ਸਾਰੇ ਦਾ ਸਾਰਾ ਹੀ ਖੁਰਦ-ਬੁਰਦ ਹੋ ਗਿਆ ਸੀ। ਕਿਸੇ ਨੂੰ ਦੀਵਾਨੀ ਮਿਲੀ ਸੀ? ਉਹਦੀ ਜਾਂਚ ਤਾਂ ਇਹਨਾਂ ਨੇ ਹੁਣ ਤੱਕ ਨਾ ਕਰਾਈ। ਅੱਜ ਹੁਣ ਇਹਨਾਂ ਨੂੰ ਜਾਂਚਾਂ ਯਾਦ ਆ ਗਈਆਂ। ਇਹ ਮੈਂ ਇਹਨਾਂ ਨੂੰ ਦਾਅਵੇ ਨਾਲ ਕਹਿਣਾ, ਇਹ ਮਨਮੋਹਨ ਸਿੰਘ ਵਾਲੀ ਜਾਂਚ ਕਰਾ ਲੈਣ, ਔਰ ਫਿਰ ਇਹ ਸਾਡੇ ਵਾਲੀ ਸਾਧੂ ਸਿੰਘ ਜੀ ਵਾਲੀ ਵੀ ਜਾਂਚ ਕਰਾ ਲੈਣ। ਕੌਣ ਆ ਵੱਡਾ ਦੋਸ਼ੀ ਤੁਹਾਨੂੰ ਪਤਾ ਲੱਗ ਜਾਊਗਾ। ਮੰਤਰੀ ਸਾਹਿਬ ਤੇ ਅਕਸਰ ਆਰੋਪ ਲੱਗਦੇ ਨੇ ਨਾਭੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ, ਕਿੱਦਾਂ ਪਾਣੀ ਖੜਾ, ਜਗ੍ਹਾ ਗੱਡੇ ਨੇ, ਇਹਦੇ ਬਾਰੇ ਕੀ ਕਹਿਣਾ? ਮੈਂ ਕਹਿੰਦਾ ਜੀ, ਜਿਹੜਾ ਬੰਦਾ ਆਰੋਪ ਲਾਉਂਦਾ ਉਹ 1-2 ਸੜਕਾਂ ਨੂੰ ਛੱਡ ਕੇ, ਲਾਹੌਰਾਂ ਗੇਟ, ਗਰਿੱਡ ਚੌਕ ਤੇ ਆਪਣਾ ਇੱਧਰ ਜਿਹੜੀ ਮਿਲਟਰੀ ਵਾਲੀ ਸੜਕ ਆ, ਇਸ ਪਾਸੇ ਨੂੰ ਛੱਡ ਕੇ ਉਹ ਆ ਜਾਣ ਸਾਡੇ ਨਾਲ, ਸਾਨੂੰ ਆ ਕੇ ਦੱਸਣ ਵੀ ਆਹ ਗੱਲ ਹੈ। ਸਾਰੇ ਪਾਸੇ ਚੌਤਰਫਾ ਵਿਕਾਸ ਚੱਲ ਰਿਹਾ, ਪਿੰਡਾਂ ਦਾ ਅਲੱਗ ਚੱਲ ਰਿਹਾ, ਸ਼ਹਿਰ ਦਾ ਅਲੱਗ ਚੱਲ ਰਿਹਾ। 3.5 ਸਾਲ ਹੋਏ ਸਾਰੀ ਸਰਕਾਰ ਬਣੀ ਨੂੰ। ਪਹਿਲਾ ਸਾਲ ਤਾਂ ਭਾਂਡੇ ਭੁੰਡੇ ਸਾਂਭਦੇ ਹੀ ਲੱਗ ਜਾਂਦਾ। ਜੇ ਨਵੀਂ ਵਿਆਹੀ ਵਹੁਟੀ ਵੀ ਘਰੇ ਆ ਜੇ ਨਾ, ਉਹ 1 ਸਾਲ ਤਾਂ ਉਹਨੂੰ ਚੀਨੀ ਆਟੇ ਦਾ ਹੀ ਨਹੀਂ ਪਤਾ ਲੱਗਦਾ ਵੀ ਕਿੱਥੇ ਪਈ ਆ। ਇਹ 10 ਸਾਲ ਦੀ ਸਰਕਾਰ ਦੇ ਕੀਤੇ ਹੋਏ ਘਪਲੇ, ਮਾਨਯੋਗ ਸਾਡੇ ਵਿੱਤ ਮੰਤਰੀ ਸਾਹਿਬ ਮਨਪ੍ਰੀਤ ਸਿੰਘ ਬਾਦਲ ਦੀ ਯੋਗ ਅਗਵਾਈ ਦੇ ਹੇਠ, ਉਹਨਾਂ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਸੂਝ-ਬੂਝ ਨਾਲ ਇਸ 10 ਸਾਲ ਦੇ ਘਾਟੇ ਨੂੰ ਕਿਵੇਂ ਉਹਦੇ ਵਿੱਚ ਮਾੜਾ ਮੋਟਾ ਹਿਸਾਬ ਸਾਹ ਲਿਆ ਕੇ
ਤਾਂ ਇਹ ਵਿਕਾਸ ਦੇ ਕੰਮ ਤੁਰੇ 1 ਸਾਲ ਬਾਅਦ। ਰਹਿ ਗਿਆ 2.5 ਸਾਲ। 2.5 ਸਾਲ ਦੇ ਵਿੱਚ ਇਹਨਾਂ ਦੇ 10 ਸਾਲਾਂ ਦਾ ਵਿਕਾਸ ਗਿਣ ਲਓ, ਜੇ ਘੱਟ ਹੋਇਆ ਤਾਂ ਵੀ ਅਸੀਂ ਨੀਵੇਂ ਥਾਂ ਬੈਠਣ ਨੂੰ ਤਿਆਰ ਹਾਂ। ਦੱਸੋ। ਜਿੱਦਾਂ ਹੁਣ ਇਹ ਜਾਂਚ ਚੱਲ ਰਹੀ ਆ, ਤੁਹਾਨੂੰ ਕੀ ਲੱਗ ਰਿਹਾ ਮੰਤਰੀ ਸਾਹਿਬ ਦਾ ਕਿੱਦਾਂ ਦਾ ਰਿਜ਼ਲਟ ਆਊਗਾ ਇਹ ਜਾਂਚ? ਬਿਲਕੁਲ ਦੁੱਧ ਵਾਂਗੂ ਸਾਫ਼। 1 ਰੁਪਈਏ ਦਾ ਤੁਹਾਨੂੰ ਦੇਖ ਲਿਓ ਤੁਸੀਂ। ਮੈਂ ਵਾਹਿਗੁਰੂ ਨੂੰ ਕਹਿਣਾ ਹਾਜ਼ਰ ਨਾਜ਼ਰ ਜਾਣ ਕੇ ਵੀ ਇੱਕ ਬੇਦਾਗ ਚਿੱਟੀ ਚਾਦਰ ਤੇ ਜਿਹੜਾ ਦਾਗ ਲੱਗਿਆ, ਇਹ ਐਂ ਸਾਫ਼ ਸੁਥਰਾ ਇਹ ਆਪਣਾ ਬਾਹਰ ਆਉਣਗੇ। ਸਾਡੇ ਨਾਲ ਕਾਂਗਰਸ ਆਗੂ ਹੋਰ ਵੀ ਇੱਥੇ ਮੌਜੂਦ ਨੇ। ਹਾਂਜੀ ਸਰ, ਤੁਹਾਡਾ ਕੀ ਕਹਿਣਾ ਹੈ ਜੋ ਆਰੋਪ ਲੱਗ ਰਹੇ ਨੇ ਮੰਤਰੀ ਸਾਹਿਬ? ਨਹੀਂ, ਜਿਹੜੇ ਆਰੋਪ ਲੱਗ ਰਹੇ ਨੇ ਜੀ, ਆਰੋਪ ਲਾਉਣਾ ਵਿਰੋਧੀਆਂ ਦਾ ਕੰਮ ਆ ਜੀ। ਉਹਨਾਂ ਦਾ ਕੰਮ ਹੀ ਆਰੋਪ ਲਾਉਣਾ। ਅੱਗੇ ਆਰੋਪਾਂ ਦੀ ਜਿਹੜੀ, ਜਿਵੇਂ ਸੀਐਮ ਸਾਹਿਬ ਨੇ ਦੱਸਿਆ ਵੀ ਇਹਨੂੰ ਕਾਨੂੰਨ ਦੇ ਉੱਪਰੋਂ ਦੀ ਕੋਈ ਨਹੀਂ ਹੈ, ਜੋ ਆਰੋਪੀ ਪਾਇਆ ਜਾਊਗਾ। ਮੰਤਰੀ ਸਾਹਿਬ ਨੇ ਵੀ ਕਿਹਾ ਅਗਰ ਆਰੋਪੀ ਪਾਇਆ ਜਾਂਦਾ ਤਾਂ ਮੈਂ ਉਸ ਦੀ ਸਜ਼ਾ ਭੁਗਤਣ ਲਈ ਤਿਆਰ ਹਾਂ। ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਜੋ ਸਜ਼ਾ ਆਊਗੀ ਜਾਂ ਜੋ ਵੀ ਉਹਦੀ ਇਨਕੁਆਇਰੀ ਆਊਗੀ ਉਹ ਸਾਰਿਆਂ ਦੇ ਬਿਲਕੁਲ ਸਾਹਮਣੇ ਆਊਗੀ। ਜੋ ਹੋਊਗਾ ਉਹਦੀ ਇਨਕੁਆਇਰੀ ਦੇ ਹਿਸਾਬ ਨਾਲ ਉਹਦਾ ਜੋ ਰਿਜ਼ਲਟ ਹੋਊਗਾ, ਜੋ ਬੰਦਾ ਦੋਸ਼ੀ ਪਾਇਆ ਜਾਊਗਾ ਉਹ 'ਤੇ ਕਾਰਵਾਈ ਹੋਏਗੀ। ਇਹ ਤਾਂ ਪਹਿਲਾਂ ਹੀ ਸਾਰਾ ਕੁਝ ਕਿਹਾ ਹੋਇਆ। ਜਿੱਦਾਂ ਆਰੋਪੀਆਂ ਵੱਲੋਂ ਹੋਰ ਵੀ ਦੋਸ਼ ਲਗਾਏ ਜਾ ਰਹੇ ਨੇ ਵੀ ਅਕਾਲੀ ਦਲ ਇਸ ਦਾ ਵਿਰੋਧ ਨਹੀਂ ਕਰ ਰਿਹਾ ਤੇ ਅਕਾਲੀ ਦਲ ਤੇ ਕਾਂਗਰਸੀਆਂ ਦੀ ਕੋਈ ਗਾਂਢ ਸਾਂਢ ਨਾਭੇ ਦੇ ਵਿੱਚ, ਇਸ ਕਰਕੇ ਵਿਰੋਧ ਨਹੀਂ ਕਰ ਰਹੇ। ਨਹੀਂ, ਕੋਈ ਸਾਂਝ ਨਹੀਂ ਹੈ ਕਿਸੇ ਨਾਲ। ਪਾਰਟੀਆਂ ਦੀ ਕਦੇ ਸਾਂਝ ਨਹੀਂ ਹੋਇਆ ਕਰਦੀ। ਜੋ ਪੋਲੀਟੀਕਲ ਪਾਰਟੀਆਂ ਨੇ ਉਹ ਹਰ ਇੱਕ ਪਾਰਟੀ ਨੇ ਆਪਣੀ ਰੂਪ ਰੇਖਾ ਖੁਦ ਤਿਆਰ ਕਰਨੀ ਆ। ਕਿਸੇ ਦੇ ਕਹਿਣ ਨਾਲ ਦੂਸਰੀ ਪਾਰਟੀ ਰੋਕਣ ਨਹੀਂ ਲੱਗੀ। ਇਹ ਹੋ ਸਕਦਾ ਵੀ ਉਹਨਾਂ ਦੇ ਵਿੱਚ ਕੋਈ ਇਕਜੁੱਟਤਾ ਦੀ ਘਾਟ ਹੋਏ ਜਾਂ ਕੀ ਹੋਏ, ਉਹਨਾਂ ਦੀ ਪਾਰਟੀ ਨੂੰ ਪਤਾ ਉਹ ਕਿਉਂ ਨਹੀਂ ਕਰ ਰਹੇ। ਇਸ ਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਉਹਨਾਂ ਦੀ ਪਾਰਟੀ ਦਾ ਮਸਲਾ ਵੀ ਉਹ ਕਿਉਂ ਨਹੀਂ ਕਰ ਰਹੇ। ਜੋ ਇਹ ਨਹੀਂ ਹੈ ਵੀ ਉਹ ਕਿਸੇ ਨਾਲ ਮਿਲੇ ਹੋਏ ਨੇ ਜਾਂ ਕੋਈ ਐਸੀ ਗੱਲ ਹੈ। ਹਰ ਇੱਕ ਇਲੈਕਸ਼ਨ ਦੇ ਵਿੱਚ ਜਦੋਂ ਇਲੈਕਸ਼ਨਾਂ ਅਲੱਗ ਹੁੰਦੀਆਂ ਨੇ ਤਾਂ ਮਿਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿੱਦਾਂ ਆਮ ਆਗੂਆਂ ਵੱਲੋਂ ਆਰੋਪ ਲਗਾਏ ਜਾ ਰਹੇ ਨੇ ਵੀ ਜੋ ਇਹ ਘਟਾਲਾ ਹੋਇਆ ਇਸ ਵਿੱਚ ਹਿੱਸਾ ਕੈਪਟਨ ਨੂੰ ਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਗਿਆ ਹੈ, ਤਾਂ ਉਹ ਇਸ 'ਚ ਜ਼ਿਆਦਾ ਸਾਈਡ ਮੰਤਰੀ ਸਾਹਿਬ ਦੀ ਉਹ ਲੈ ਰਹੇ ਨੇ। ਦੇਖੋ, ਤੁਸੀਂ ਕਿਹਾ ਵੀ ਹਿੱਸਾ ਕੈਪਟਨ ਸਾਹਿਬ ਨੂੰ ਜਾਂ ਮਹਾਰਾਣੀ ਸਾਹਿਬ ਨੂੰ, ਜਿਨ੍ਹਾਂ ਦੇ ਨਾਲ ਦੇ ਨਾਂ ਦੇ ਨਾਲ ਇਹ ਮਹਾਰਾਜਾ ਸਾਹਿਬ ਤੇ ਮਹਾਰਾਣੀ ਸਾਹਿਬ ਲੱਗਿਆ ਹੋਇਆ, ਉਹਨਾਂ ਕੋਲ ਪਹਿਲਾਂ ਹੀ ਪਰਮਾਤਮਾ ਦੇ ਦਿੱਤਾ ਹੋਇਆ ਐਡੀ ਵੱਡੀ ਉਹ ਵਿਰਾਸਤ ਹੈ ਜੋ ਉਹਨਾਂ ਕੋਲ ਦੇ ਵਿੱਚ ਉਹਨਾਂ ਦਾ ਖਾਨਦਾਨੀ ਜੋ ਰਾਜਾਸ਼ਾਹੀ ਆ, ਜੋ ਪਿਛਲਾ ਉਹਨਾਂ ਦਾ ਖਾਨਦਾਨ ਆ, ਉਹਦੇ ਮੁਤਾਲਕ ਉਹਨਾਂ ਕੋਲ ਪਹਿਲਾਂ ਹੀ ਇੰਨਾ ਕੁਛ ਹੈ ਵੀ ਉਹਨਾਂ ਨੂੰ, ਮੈਨੂੰ ਨਹੀਂ ਲੱਗਦਾ ਵੀ ਕੁਛ ਦੇਣ ਦੀ ਕੋਈ ਦੇ ਸਕਦਾ ਜਾਂ ਉਹਨਾਂ ਨੂੰ ਕੁਛ ਕਰ ਸਕਦਾ, ਕਿਉਂਕਿ ਉਹਨਾਂ 'ਤੇ ਤਾਂ ਪਹਿਲਾਂ ਹੀ ਮਹਾਰਾਜ ਦੀ ਕਿਰਪਾ, ਉਹਨਾਂ 'ਤੇ ਜੋਤ ਜਗਦੀ ਆ। ਉਹਨਾਂ ਦੀ ਤਾਂ ਬੜੀ ਪਰਮਾਤਮਾ ਦੀ ਕਿਰਪਾ, ਉਹਨਾਂ ਨੂੰ ਕੌਣ ਕੋਈ ਦੇ ਸਕਦੇ। ਤਾਂ ਝੂਠੀਆਂ ਗੱਲਾਂ ਨੇ ਕੋਈ ਮੈਨੂੰ ਕਹੂਗਾ ਵੀ ਤੁਸੀਂ ਤਾਂ ਨਹੀਂ ਲੈ ਲਿਆ ਜਿਹੜਾ ਕੈਮਰੇ ਸਾਹਮਣੇ ਖੜ੍ਹ ਕੇ ਬੋਲ ਰਹੇ ਹੋ, ਤੁਹਾਨੂੰ ਹਿੱਸਾ ਮਿਲ ਗਿਆ ਜਾਂ ਪ੍ਰਧਾਨ ਜੀ ਨੂੰ ਹਿੱਸਾ ਮਿਲ ਗਿਆ, ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਇਹਨਾਂ ਗੱਲਾਂ 'ਚ ਕੁਛ ਨਹੀਂ ਹੈ। ਜਿੱਦਾਂ ਆਰੋਪੀਆਂ ਵੱਲੋਂ ਲਗਾਤਾਰ 3 ਦਿਨ ਹੋ ਗਏ ਧਰਨਾ ਚੱਲ ਰਿਹਾ ਏ, ਉਹ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਕੀ ਮੇਨ ਚਾਹਨਾ ਕੀ ਆ ਧਰਨਾ ਲਾਉਣ ਦੀ? ਦੇਖੋ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿ ਸਕਦੇ। ਸਾਡੇ ਭਾਵੇਂ ਤਾਂ ਉਹ 10 ਦਿਨ ਬੈਠਣ, 20 ਦਿਨ ਬੈਠਣ, ਸਾਨੂੰ ਉਹਨਾਂ ਦਾ ਕੋਈ ਬੈਠਿਆਂ ਦਾ ਕੋਈ ਚੱਕਰ ਨਹੀਂ ਹੈਗਾ। ਸਾਨੂੰ ਉੱਠ ਜਾਣ ਤਾਂ ਵੀ ਕੋਈ ਚੱਕਰ ਨਹੀਂ। ਜਦੋਂ ਬੰਦਾ ਉਹ, ਕਿਉਂਕਿ ਵਿਰੋਧੀ ਪਾਰਟੀ ਆ, ਸੱਤਾ 'ਚ ਹੈ ਨਹੀਂ, ਉਹਨਾਂ ਨੂੰ ਕੋਈ ਹੋਰ ਤਾਂ ਕੰਮ ਹੈ ਨਹੀਂ। ਜਿਹੜੀ ਰੂਲਰ ਪਾਰਟੀ ਆ ਉਹਦਾ ਕੰਮ ਹੁੰਦਾ ਵਿਕਾਸ ਕਾਰਜ ਕਰਨੇ, ਜਿਹੜੀ ਵਿਰੋਧੀ ਪਾਰਟੀ ਹੁੰਦੀ ਆ ਉਹਦਾ ਕੰਮ ਹੁੰਦਾ ਵਿਰੋਧ ਕਰਨਾ। ਉਹ ਆਪਦੀ ਡਿਊਟੀ ਕਰ ਰਹੇ ਨੇ, ਉਹਨਾਂ ਦਾ ਹੱਕ ਬਣਦਾ, ਉਹਨਾਂ ਦਾ ਕੰਮ ਹੈ। ਅਸੀਂ ਵਿਕਾਸ ਨਹੀਂ ਰੋਕਦੇ, ਉਹ ਵਿਰੋਧ ਨਹੀਂ ਰੋਕਦੇ। ਅਸੀਂ ਆਪਣਾ ਕੰਮ ਨਹੀਂ ਰੋਕਾਂਗੇ, ਉਹ ਆਪਣਾ ਨਹੀਂ ਰੋਕਣਗੇ। ਉਹ ਉਹਨਾਂ ਦੀ ਖੁਸ਼ੀ ਆ, ਜਿੰਨੇ ਦਿਨ ਮਰਜ਼ੀ ਬੈਠਣ। ਤੇ ਹੁਣ ਤੁਹਾਨੂੰ ਕੀ ਲੱਗ ਰਿਹਾ ਹੈ ਜਾਂਚ 'ਚੋਂ ਮੰਤਰੀ ਸਾਹਿਬ ਦਾ ਕਿੱਦਾਂ ਦਾ ਰਿਜ਼ਲਟ ਆਊਗਾ? ਨਹੀਂ, ਰਿਜ਼ਲਟ ਤਾਂ ਦੇਖੋ ਜੀ ਤੱਥਾਂ ਦੇ ਆਧਾਰ 'ਤੇ ਆਉਣਾ। ਜੋ ਜਾਂਚ ਕਮੇਟੀ ਲੱਗੀ ਆ, ਜਾਂਚ ਕਰਨ ਲੱਗੇ ਨੇ, ਉਹਨਾਂ ਨੇ ਦੇਖਣਾ ਵੀ ਕਿਵੇਂ ਹੋ ਰਿਹਾ, ਕਿਉਂਕਿ ਜੋ ਜਾਂਚ ਕਰ ਰਹੇ ਨੇ, ਜਾਂਚ ਅਧਿਕਾਰੀ ਲੱਗੇ ਆ, ਉਹਨਾਂ ਨੂੰ ਪਤਾ ਵੀ ਉਹ ਜਾਂਚ ਕਿਵੇਂ ਹੋਣੀ ਆ। ਸਾਡੇ ਹਿਸਾਬ ਨਾਲ ਤਾਂ ਜਿਵੇਂ ਸਾਡੀ ਮੰਤਰੀ ਸਾਹਿਬ ਦੇ ਨਾਲ ਗੱਲ ਹੁੰਦੀ ਆ ਜਾਂ ਗੱਲਾਂ ਹੋ ਰਹੀਆਂ ਨੇ, ਪਤਾ ਲੱਗ ਰਿਹਾ, ਉਹ ਕਹਿ ਰਹੇ ਨੇ ਵੀ ਜੋ ਆਊਗਾ ਤਾਂ ਸਾਹਮਣੇ ਆਊਗਾ, ਜੋ ਆਊਗਾ ਉਹ ਸਾਰਿਆਂ ਦੇ ਸਾਹਮਣੇ ਆਊਗਾ, ਉਹਦੇ ਹਿਸਾਬ ਦੇ ਨਾਲ ਜੋ ਫੈਸਲਾ ਹੋਊਗਾ ਹੋ ਜਾਊਗਾ। ਹਾਂ, ਇਹ ਸੀਗੇ ਕਾਂਗਰਸੀ ਆਗੂ ਜੋ ਕਿ ਕਹਿ ਰਹੇ ਨੇ ਮੰਤਰੀ ਸਾਹਿਬ ਦਾ ਜੋ ਵੀ ਰਿਜ਼ਲਟ ਆਉਣਾ ਉਹ ਬਿਲਕੁਲ ਸਹੀ ਆਊਗਾ। ਮੰਤਰੀ ਸਾਹਿਬ ਬਿਲਕੁਲ ਦੁੱਧ ਵਾਂਗ ਸਾਫ਼ ਤੇ ਕਲੀਅਰ ਰਿਜ਼ਲਟ ਆਊਗਾ। ਭਾਦਸੋਂ ਤੋਂ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ।